जी। अच्छा सामान आ गया। बिस्मिल्लाहिर्रहमानिर्रहीम। दोस्तों, इस वक्त हम मौजूद हैं लाहौर की एक बहुत बड़ी शख्सियत के पास। ऐसी बुजुर्ग शख्सियत, अरसा दराज सारी ज़िंदगी शॉप में गुजार दी। आज भी उनकी ब्रीड अपना एक मकाम रखती है। मेरी मुराद है उस्ताद हाजी मेहर असगर साहब। हाजी साहब अस्सलाम वालेकुम। वालेकुम अस्सलाम। की हाल चाल ने हाजी साहब? ठीक ठाक हो? तबीयत और सेहत अल्लाह दी मेहरबानी भाईजान। ते आजकल की मसरूफियात ने? अजकल मसरूफियात ये जी कबूतरों दाना दूना पा छड़ी दा ते नमाज अदा कर छड़ी। अच्छा अच्छा, ज़्यादातर कारी? बिल्कुल ज़्यादातर कारी। कारी। ते वो थोड़ी ब्रीड भी दिखाओ तो फिर कब्जा भी करने हैं। हाँ, थोड़ा जा ये हाई साहब केरी ब्रीडर बहुत ने भरया पे वो खोलना पैगा हम खराब ना हो जाएगी। वो खोल ले, वो खोल ले, वो खोल ले। आ जाओ। बाहर निकलना। ये थे जी हाजी साहब की आप कुछ ब्रीड दिखा रहे थे। आज हाजी साहब से कुछ वैसे भी गपशप करते हैं, तारीख के हवाले से करते हैं और पुराने शौक के हवाले से पूछते हैं। हाजी साहब सारी जिंदगी शौक में गुजार दी, हर सीजन से शौक किया ते जेठ और दूजे शौक च की फर्क रहा है, तुसीं की महसूस किया? अच्छा जड़ा जानवर है ना जी, वो जेठ सी घर बैठता। अच्छा। अस्सू का मौसम जड़ा वो जेठ के मुकाबले तो ठीक है। इस तरह चेतर भी सेम चीज है ना। हाँ। नरम मौसम च जड़ा अच्छा जानवर ओदा घर बैठना मुश्किल। अच्छा, यानी अच्छी ब्रीड ਲਈ ਜਿਹੜਾ ਅਸਲ ਇਮਤਿਹਾਨ ਹੈ ਉਹ ਜੇਠ ਹੀ ਹੈ। जेठ जी जी 15 जेठ ਤੇ ਕਬੂਤਰ ਵੀ ਤੁਸੀਂ ਬੇਪਨਾਹ ਇਕੱਠੇ ਕੀਤੇ जी। ਔਰ ਅਜੇ ਵੀ ਮੇਰੇ ਖਿਆਲ ਬੜੀ ਤਾਦਾਦ ਚ ਨੇ 5 मेरे को तकरीबन 2,500 जानवर है इस वेले मौजूद। ਇਸ ਤੋਂ ਵੀ 2,500 ਜਾਨਵਰ 2,500 जानवर मौजूद। ਤੇ ਕਾਫੀ ਬੜਾ ਦਾਣਾ ਯਾਨੀ जी ਖਰਚੇ ਦਾ। बिल्कुल जी। तकरीबन लाख सवा लाख रुपए महीने का दाना पै रहा। ਜਿਹਨਾਂ ਚੋਂ ਟੈਡੀ डैडी इमामदीन अपना कांता वाले अच्छा 26,000 वाले डब वाले। अच्छा, ਇਹ 26000 ਵਾਲੇ ਦਾ ਕੀ ਸਿਲਸਿਲਾ ਹੈ? 26,000 रुपए का कबूतर खरीदा गया सी ਅੱਛਾ, ਇਹ ਕਿਸ ਸਾਲ ਦੀ ਗੱਲ ਹੈ? आज तो 30 साल पहले। 30 ਸਾਲ ਪਹਿਲੇ ਯਾਨੀ 2000 ਯਾਨੀ 1900 ਯਾਨੀ 86 1985-86 86 ਦੀ ਗੱਲ जी। ਤੇ 30000 ਤੇ ਉਸ ਵਕਤ 30,000 ਚ तो उस वेले ਇੱਥੇ ਸਾਡੇ ਇਸ ਜਗ੍ਹਾ ਤੇ 2-3-4 ਕਨਾਲ ਜਗ੍ਹਾ ਆ ਜਾਂਦੀ ਸੀ। ਅੱਛਾ। ਅੱਜ 500 ਰੁਪਏ ਮਰਲਾ 700 ਰੁਪਏ ਮਰਲਾ ਜਗ੍ਹਾ ਸੀ ਇੱਥੇ। ਇਸ ਜਗ੍ਹਾ ਜਿਹੜੀ ਇੱਥੇ ਹੁਣ 20 ਲੱਖ ਰੁਪਏ ਕਿੱਥੋਂ ਲਿਆ ਮਰਲਾ। ਤੁਸੀਂ ਯਾਨੀ ਕਿਸ ਤਰ੍ਹਾਂ ਯਾਨੀ ਇਹ ਜੀ ਪੱਤੋ ਕੀ ਸਾਈਡ ਵੱਲੋਂ ਲਿਆਂਦਾ ਸੀ। ਅੱਛਾ, ਤੇ ਕਿਸ ਤਰ੍ਹਾਂ ਇੰਨਾ ਮਹਿੰਗਾ ਯਾਨੀ ਉਹ ਕੀ ਸਸਤਾ ਪਸੰਦ ਆ ਗਿਆ ਬਸ ਲੈ ਲਿਆ ਤੇ ਉਹ ਪੈਸੇ ਉਹਨਾਂ ਨੇ ਇੰਨੇ ਜ਼ਿਆਦਾ? ਜੀ। ਉਹਨਾਂ ਦਾ ਫੇਵਰੇਟ ਜਾਨਵਰ ਸੀ ਅੱਛਾ। ਤੇ ਉਹਨਾਂ ਨੇ ਮੰਗੇ ਕਿ ਨਾ ਲੈਣਗੇ ਖਰੀਦਣਗੇ। ਅਸੀਂ ਕਿ ਜਾਣਾ ਨਾ ਪਾਏ। ਅੱਛਾ, ਇਹ ਸਿਆਲਕੋਟੀ ਔਰ ਜੋ ਕਸੂਰੀਆਂ ਦੀ ਬਹਿਸ ਚੱਲਦੀ ਹੈ, ਇਹ ਤੁਸੀਂ ਕੀ ਸਾਰੀ ਜ਼ਿੰਦਗੀ ਸ਼ੌਕ ਮੈਂ ਬਹੁਤ ਪੈਸਾ ਖਰਾਬ ਕੀਤਾ ਸਿਆਲਕੋਟ। ਅੱਛਾ। ਲੇਕਿਨ ਉਹਨਾਂ ਨੇ ਇੱਥੇ ਜਾਨਵਰ ਉਹਨਾਂ ਨੇ ਬਹੁਤ ਜਾਨਵਰ ਲਿਆਂਦਾ ਮੈਂ ਸਿਆਲਕੋਟ। ਅੱਛਾ। ਹਾਂ ਤੇ ਇੱਥੇ ਕੰਮ ਨਹੀਂ ਕੀਤਾ ਮੇਰੇ ਕੋਲ। ਤੁਹਾਡੇ ਕੋਲ ਕੰਮ ਨਹੀਂ ਕੀਤਾ? ਮੇਰੇ ਕੋਲ ਕੰਮ ਨਹੀਂ ਕੀਤਾ। ਲਾਹੌਰ ਨਹੀਂ ਕੀਤਾ ਕੰਮ ਯਾਨੀ ਇਹ ਕਹਿਣਾ? ਨਹੀਂ, ਕਸੂਰੀਆਂ ਦੇ ਮੁਕਾਬਲੇ ਤੇ ਉਹਨਾਂ ਨੇ ਉਹਨਾਂ ਦਾ ਪ੍ਰੋਗਰੈਸ ਨਹੀਂ ਇੰਨੀ ਦਿੱਤੀ। ਪ੍ਰੋਗਰੈਸ ਤੇ ਇਹ ਉਹਦੇ ਬਾਅਦ ਫਿਰ ਤੁਹਾਡੇ ਜਿਹੜੇ ਇਮਾਮਦੀਨ ਨੇ
ਇਹਨਾਂ ਦੀ ਕੀ ਵਜ੍ਹਾ ਸ਼ੋਹਰਤ ਕਿਸ ਤਰ੍ਹਾਂ ਆਇਆ ਜਰਾ ਥੋੜਾ ਇਮਾਮਦੀਨ ਕਸੂਰ ਤੋਂ ਖਰੀਦਿਆ ਗਿਆ ਜੀ। ਅੱਛਾ ਸਰਵਰ ਸਾਹਿਬ ਕੋਲ ਹੈਗੇ ਸਨ, ਅੱਛਾ ਉਹਨਾਂ ਦੇ ਘਰ ਉਹਨਾਂ ਨੇ ਕਿਸੇ ਕੋਲ ਬੱਚਾ ਕਬਰਸਤਾਨ 'ਚ ਡਿੱਗਾ। ਉਹ ਜਿਹੜਾ ਗੋਰਕਨ ਸੀ ਉਹਦਾ ਨਾਂ ਸੀ ਇਮਾਮਦੀਨ। ਅੱਛਾ ਉਹਨਾਂ ਨੇ ਉਹ ਬੱਚਾ ਉਹਦੇ ਕੋਲ 10 ਰੁਪਏ ਦਾ ਖਰੀਦਿਆ ਅੱਛਾ ਤੇ ਉਹਦਾ ਨਾਮ ਬੱਚੇ ਦਾ ਇਮਾਮਦੀਨ ਰੱਖਤਾ। ਅੱਛਾ ਅੱਛਾ ਉਥੋਂ ਇਮਾਮਦੀਨ ਨਸਲ ਉਸ ਚਲੀ। ਤੋਂ ਇਮਾਮਦੀਨ ਚੱਲੀ। ਅਸੀਂ ਸਹੀ ਜਾਨਵਰ ਜਿਹੜਾ ਬਕਲਮ ਖੁਦ ਇਮਾਮਦੀਨ ਸੀ ਉਹ ਖਰੀਦਾ, ਅੱਛਾ ਖਰੀਦ ਕੇ ਲਿਆਂਦਾ 4,500 ਰੁਪਏ ਦਾ ਉਸ ਅੱਛਾ ਉਥੋਂ ਦੀ 4,500 40 ਸਾਲ ਪਹਿਲਾਂ 40 साल पहले ਜੀ। तो 4-4.5 भी बड़ी रकम ਬੜੀ ਵੱਡੀ ਰਕਮ ਸੀ। बड़ी वड्डी रकम सी हाँ। और यानी असल वाला जेड़ा तुसी ਉਹ ਲੈ ਕੇ ਆਏ ਜੀ 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 ਤੇ ਉਹਦੇ ਤੋਂ ਸਸਤਾ ਕਾਰ ਸ਼ੁਰੂ ਹੋਇਆ। ਹਾਂ ਜੀ। इसका मतलब यानी है तो यानी अच्छा दराज लगे रे बड़ा पैसा खर्च किया जाए। ਬਹੁਤ ਪੈਸਾ ਖਰਚ ਕੀਤਾ, अच्छा ਇੰਤਹਾ ਕੀਤੀ ਪੈਸਾ ਖਰਚ अच्छा ਕਰਨ ਦੀ। टॉप रिजल्ट किहदे आए ਤੁਹਾਡੇ ਮੇਰੇ ਕੋਲ 4-5 ਬਰੀਡਾਂ ਨੇ ਜੀ, ਉਹ ਪੁਰਾਣੇ ਟਾਈਮ ਦੀਆਂ, ਅੱਜ ਤੱਕ ਰਾਉਂਡ ਅਬਾਊਟ ਲਾ ਲਓ ਤੁਸੀਂ ਕੋਈ 50 ਸਾਲ ਤੋਂ। अच्छा ਇਮਾਮਦੀਨ ਨੇ ਇੱਕ ਕਾਂਟਾ ਵਾਲਾ ਨਸਲ ਅਸੀਂ ਖਰੀਦੀ ਸੀ 8,000 ਰੁਪਏ ਦੀ ਉੱਥੋਂ, अच्छा ਮੁਹੰਮਦ ਸੈਨ ਮਰਾਦ ਦੇ ਕੋਟ ਉਹਦੇ ਕੋਲੋਂ। अच्छा ਉਹ ਕਾਂਟਾ ਵਾਲਾ ਕਬੂਤਰ ਸੀ, ਤਸਵੀਰ ਕਬੂਤਰਾਂ ਦੇ ਵਿੱਚੋਂ ਬੜਾ ਨਾਯਾਬ ਕਬੂਤਰ ਸੀ ਉਹ। अच्छा ये तस्वीर कबूतਰਾਂ ਦਾ ਕੀ ਰੌਲਾ ਹੈ, ਕੀ हिस्ट्री है यानी। ਤਸਵੀਰ ਕੇ ਕਬੂਤਰ ਜਿਹੜੇ ਨੇ ਐਕਚੁਅਲੀ ਹੈ ਮਿਸਤਰੀਆਂ ਦੇ ਘਰ अच्छा ਜੀ। ਦੇਖੋ ਗੱਲ ਸਹੀ ਕਰਨੀ ਚਾਹੀਦੀ, ਮੈਂ ਕੋ ਘਰ ਤੇ ਨਹੀਂ ਜੰਮੇ, अच्छा ਸਮਝੇ ਕਿ ਨਹੀਂ? ਹਾਂ, ਮਿਸਤਰੀਆਂ ਦੇ ਘਰ। ਮਿਸਤਰੀਆਂ ਦੇ ਘਰ ਦੇ ਕਬੂਤਰ ਉੱਥੋਂ ਜਾਨੀ ਫਿਰ ਤੁਹਾਡੀ ਤੁਸੀਂ ਦੱਸ ਰਹੇ ਸੀਗੇ। ਚਲੋ ਉਹਦੇ ਕੋਲ ਪਸੰਦ ਆ ਗਿਆ ਸਾਨੂੰ, ਅੱਛਾ ਤੇ ਉਹਦੇ ਕੋਲੋਂ ਉਸ ਟਾਈਮ ਤੇ 8,000 ਰੁਪਏ ਦਾ। ਅੱਛਾ ਹਾਂਜੀ। ਤੇ ਯਾਨੀ ਕਬੂਤਰਾਂ ਤੇ ਬੇਪਨਾ ਯਾਨੀ ਤੁਹਾਡੀ ਹੈ ਇਸ ਵਕਤ ਇਨਵੈਸਟਮੈਂਟ ਜਿਹੜੀ ਹੈ ਨਾ ਸ਼ਾਇਦ ਕੋਈ ਕਰੇਗਾ, ਅੱਛਾ ਸ਼ਾਇਦ ਕੋਈ ਕਰੇ। ਹੁਣ ਦੇ ਹਿਸਾਬ ਨਾਲ ਸਮਝੋ ਉਸ ਹਿਸਾਬ ਦਾ 8,000, ਹੁਣ ਦਾ ਹਿਸਾਬ ਨਾਲ 8 ਲੱਖ। ਅੱਛਾ ਬਿਲਕੁਲ ਬਿਲਕੁਲ। ਤੇ ਬੜਾ ਯਾਨੀ ਦਿਲ ਗੁਰਦੇ ਦੀ ਗੱਲ ਹੈ। ਹਾਂਜੀ। ਤੇ ਅੱਛਾ ਤੁਸੀਂ ਦੱਸੇ ਤੇ ਰਿਜ਼ਲਟ ਇਹ 4-5 ਨਸਲਾਂ ਤੁਸੀਂ ਚਲਾਈਆਂ, ਇਹਨਾਂ ਦਾ ਹੀ ਰਿਜ਼ਲਟ। ਇਹਨਾਂ ਦਾ ਹੀ ਰਿਜ਼ਲਟ ਹੈ ਜੀ, ਬਹੁਤ ਰਿਜ਼ਲਟ ਦਿੱਤਾ। ਫਿਰ ਸਾਡੇ ਕੋਲ ਕਾਲੂ ਪਰ ਬੜਾ ਉੱਡਿਆ। ਅੱਛਾ ਹਾਂ, ਕਾਲੂ ਪਰ ਕਿਸ ਸਾਲ ਦੀ ਗੱਲ ਹੈ? ਹਾਂਜੀ, ਇਹ ਚੌਧਰੀ ਸਖੀ ਸਾਹਿਬ ਨਾਲ ਬਾਜ਼ੀਆਂ ਉੱਡੀਆਂ ਤੁਹਾਡੀਆਂ ਅੱਛਾ ਲਗਾਤਾਰ। ਉਹਨਾਂ ਸਾਡਾ ਕਾਲੂ ਉੱਡਿਆ, ਮਿਸਟਰ ਦੀਨ ਸਾਹਿਬ ਨੇ 24 ਸਾਹਿਬ ਦਾ ਕਬੂਤਰ ਉਡਾਇਆ ਸਨ। ਅੱਛਾ ਸਾਲ 4-5 ਸਾਲ ਦੀਆਂ ਸਾਡੀਆਂ ਉਹਨਾਂ ਨਾਲ ਬਾਜ਼ੀਆਂ ਸਨ ਲਗਾਤਾਰ। ਅੱਛਾ ਉਹਦੇ 'ਚ ਸਾਡਾ ਕਾਲੂ ਬਹੁਤ ਉੱਡਿਆ, ਸ਼ਾਮ ਨੂੰ ਬੈਠਦਾ। ਅੱਛਾ ਅੱਛਾ ਤੇ ਇਹ ਕਮਗਰਾਂ ਵਾਲੇ ਚੀਨੇ, ਅੱਛਾ ਇਹ ਉਹ ਕਾਲੂ ਜਿਹਦਾ ਨਾਂ ਸੀ ਕਾਲੂ ਰੱਖਿਆ। ਅੱਛਾ ਇੱਕ ਵਕਤ ਇਲਾਕੇ 'ਚ ਮਸ਼ਹੂਰ ਸੀਗਾ ਕਿ ਜੀ ਮਹਿਰਾਂ ਦਾ ਕਬੂਤਰ ਜਿੱਥੇ ਡਿੱਗੇ ਜਿੰਨੇ ਦਾ ਮਿਲੇ ਲੈ ਲਓ। ਛੱਡਦੇ ਹੁਣ ਤੱਕ ਲੋਕੀ ਸਾਡਾ ਨਾਂ ਲੈ ਕੇ ਵੇਚਦੇ ਨੇ ਪਏ। ਜਿਸ ਤੁਸੀਂ ਮਰਜ਼ੀ ਛੱਤ ਤੇ ਚਲੇ ਜਾਓ, ਕਹਿਣਗੇ ਜੀ ਅਸੀਂ ਫਲਾਣੀ ਜਗ੍ਹਾ ਤੋਂ। ਲੇਟੈਸਟ 2-4 ਦਿਨ ਪਹਿਲਾਂ ਕੋਈ ਪਾਰਟੀ ਆਈ ਸੀ ਮੇਰੇ ਕੋਲ, ਉਹ ਕਹਿਣ ਲੱਗੇ ਜੀ ਅਸੀਂ ਫਲਾਣੀ ਜਗ੍ਹਾ ਦਾ ਕਬੂਤਰ ਖਰੀਦੇ ਨੇ, ਕਹਿੰਦੇ ਅਸੀਂ ਮਹਿਰਾਂ ਦੇ। ਮੈਂ ਕਿਹਾ ਜੀ ਮੈਂ ਤਾਂ ਉਹਨਾਂ ਨੂੰ ਜਾਣਦਾ ਵੀ ਨਹੀਂ। ਅੱਛਾ ਨਹੀਂ ਤੁਹਾਡਾ ਨਾਂ ਤੇ ਹੈ ਨਾ, ਤੁਹਾਡਾ ਨਾਂ ਬਾਜੀ ਮਹਿਰਾਂ ਵਾਲੇ ਕਰਕੇ ਹਰ ਕੋਈ ਵੇਚਦਾ ਪਿਆ ਹੁਣ ਕਬੂਤਰ। ਅੱਛਾ ਹਾਂਜੀ ਅੱਛਾ ਨਹੀਂ ਮਾਸ਼ਾਅੱਲਾ ਰਿਜ਼ਲਟ ਵੀ ਉਹਨੇ ਦਿੱਤਾ ਤੁਹਾਡੇ ਕਬੂਤਰਾਂ ਨੇ ਮਾਸ਼ਾਅੱਲਾ ਬੜਾ। ਤੁਹਾਡੀ ਛੱਤ ਤੇ ਵੀ ਬੇਪਨਾਹ ਉਹ ਤਾਂ ਜੀ ਕਿਸੇ ਹੱਥ ਇੱਕ ਆ ਗਿਆ ਤਾਂ ਉਹਨਾਂ ਉਹਦੇ ਤੋਂ ਗੇਮ ਬਣਾ ਲਈ, ਕਿਸੇ ਹੱਥ 2 ਆ ਗਏ ਤਾਂ ਉਹਨਾਂ ਨੇ ਗੇਮ ਬਣਾ ਲਈ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ਤੇ ਯਾਨੀ ਇੱਕ ਹਿਸਟਰੀ ਹੈ ਤੁਹਾਡੀ ਦੇ ਵਿੱਚ, ਤੇ ਮੁਕਾਬਲੇ ਵੀ ਬੇਪਨਾਹ ਕੀਤੇ ਬਹੁਤ। ਇਸੇ ਛੱਤ ਤੋਂ ਇਸੇ ਛੱਤ ਤੋਂ ਜੀ ਉਮਰ ਲੰਘ ਗਈ। ਫਰੋਮ ਦੀ ਵੈਰੀ ਬਿਗਨਿੰਗ ਇੱਥੋਂ ਸਟਾਰਟ ਹੋਏ। ਮੈਂ ਸਟੂਡੈਂਟ ਸਾਂ ਇਸਲਾਮੀਆ ਕਾਲਜ ਦੇ ਰੇਲਵੇ ਰੋਡ ਦਾ, ਤੇ ਉਸ ਟਾਈਮ ਤੋਂ ਮੈਂ ਇਸ ਸ਼ੌਕ ਦੇ ਵਿੱਚ ਇਨਵੋਲਵ ਹੋਇਆ। ਹਾਂ ਤੇ ਅੱਜ ਤੱਕ ਇਸ ਸ਼ੌਕ ਦੇ ਚੱਲ ਰਿਹਾ। ਅੱਛਾ ਹਾਂਜੀ अच्छा यानी एक बड़ा तब्दील अरसा है। चौधरी मुस्तफा साहब बहुत शुक्रिया आपका जी। चौधरी मुस्तफा साहब लंगरपुर वाले। इसके बाद 1963 ਤੋਂ ਸ਼ੁਰੂ ਹੋਏ। अच्छा 1963 अच्छा ਮੈਂ ਇਸਲਾਮੀਆ ਕਾਲਜ ਰੇਲਵੇ ਰੋਡ ਦਾ ਸਟੂਡੈਂਟ। अच्छा पढ़ाई भी शौक भी काम भी। मैं 1963 ਚ ਇਸਲਾਮੀਆ ਕਾਲਜ ਰੇਲਵੇ ਰੋਡ 2 ਸਾਲ ਪੜਿਆ। ਉਸ ਤੋਂ ਬਾਅਦ ਇਸਲਾਮੀਆ ਕਾਲਜ ਸਿਵਲ ਲਾਈਨ ਤੋਂ ਗ੍ਰੈਜੂਏਸ਼ਨ ਕੀਤੀ। अच्छा माशाल्लाह ਮੈਂ ਗ੍ਰੈਜੂਏਟ ਹਾਂ। माशाल्लाह ਤੇ ਉਸ ਤੋਂ ਬਾਅਦ ਫਿਰ ਜੌਬ ਕੀਤੀ ਕਾਰਪੋਰੇਸ਼ਨ ਦੇ ਵਿੱਚ ਐਜ਼ ਅ ਸੁਪਰਿੰਟੈਂਡੈਂਟ ਰਿਟਾਇਰ ਹੋਇਆ ਮੈਂ। अच्छा ਹਾਂਜੀ। अच्छा ਤੇ ਕੰਮ ਸ਼ੌਕ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਕੇ ਚਲੇ ਹੋ ਮਾਸ਼ਾਅੱਲਾ। ਔਰ ਅੱਲਾ ਨੇ ਇੱਜ਼ਤ ਵੀ
ਬੜੀ ਦਿੱਤੀ, ਬਹੁਤ ਨਾਂ ਦਿੱਤਾ, ਬਹੁਤ ਮਕਾਮ ਦਿੱਤਾ। ਬਹੁਤ ਰੱਬ ਦੀ ਦਾਤ ਨੇ ਇੱਜ਼ਤ ਤੇ ਬਣਾਈ। ਅੱਜ ਵੀ ਲਾਹੌਰ ਦੇ ਜਿਹੜੇ ਅਹਿਮ ਚੀਜ਼ਾਂ ਨੇ ਉਹ ਤੁਹਾਡੇ ਤੋਂ ਬਗੈਰ ਅਧੂਰੀਆਂ ਹੁੰਦੀਆਂ ਨੇ, ਨਾਮੁਕੰਮਲ ਦੇਖੋ ਜੀ, ਹੁੰਦੀਆਂ ਨੇ। ਮਾਸ਼ਾਅੱਲਾ ਜਿਹੜੇ ਕੋਈ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਸਨ, ਸਾਡੇ ਹਮ ਸ਼ੌਕ ਸਨ, ਹਮ ਉਮਰ ਸਨ, ਦੁਨੀਆ ਤੋਂ ਜਾ ਚੁੱਕੇ ਨੇ। ਇਸ ਵੇਲੇ ਮੇਰੀ 72 ਸਾਲ ਉਮਰ ਹੈ ਮਾਸ਼ਾਅੱਲਾ। ਤੇ ਜਿਹੜੇ ਕੋਈ ਦੋਸਤ 2 4 10 ਇਸ ਦੁਨੀਆ 'ਚ ਮੌਜੂਦ ਨੇ ਉਹ ਮਾਸ਼ਾਅੱਲਾ ਬੜੀ ਤਾਰੀਫ ਕਰਦੇ ਨੇ, ਕਹਿੰਦੇ ਨੇ ਮੈਂ ਸਾਹਿਬ ਦੀ ਕਿਆ ਹੀ ਬਾਤ ਹੈ। ਜਿਹੜੇ ਨਵੇਂ ਰੰਗਰੂਟ ਨੇ ਉਹਨਾਂ ਦਾ ਕੁਝ ਕਹਿ ਨਹੀਂ ਸਕਦੇ। ਨਹੀਂ, ਤੁਹਾਡੀ ਇੱਜ਼ਤ ਤੇ ਬਹੁਤ ਹੈ, ਤੁਹਾਡਾ ਤਾਂ ਇੰਤਜ਼ਾਰ ਰਹਿੰਦਾ ਹੈ, ਤੁਹਾਡੇ ਬਗੈਰ ਚੀਜ਼ਾਂ ਅਧੂਰੀਆਂ ਮਹਿਸੂਸ ਹੁੰਦੀਆਂ ਨੇ। ਅੱਜ ਵੀ ਲੋਕਾਂ ਦੀ ਖਾਹਿਸ਼ ਹੁੰਦੀ ਹੈ ਕਿ ਤੁਸੀਂ ਥੋੜਾ ਜਿਹਾ ਟਾਈਮ ਕੱਢੋ, ਆਓ ਉਹਨਾਂ ਤੇ ਸਰਪ੍ਰਸਤੀ ਕਰੋ, ਦਸਤੇ ਸ਼ਫਕਤ ਰੱਖੋ। ਤੇ ਕੋਈ ਯਾਦਗਾਰੀ ਮੁਕਾਬਲੇ ਦਾ ਅੱਜ ਦੱਸੋ, ਲੋਕ ਪੁੱਛਦੇ ਨੇ ਤਾਰੀਖ ਦੇ ਹਵਾਲੇ ਨਾਲ ਕੋਈ। ਦੇਖੋ ਜੀ, ਲਾਹੌਰ ਦੇ ਅੱਛੇ ਉਸਤਾਦ ਜਿਹੜੇ ਸਨ ਉਸ ਟਾਈਮ ਦੇ ਉੱਤੇ, ਅੱਜ ਤੋਂ 30 ਸਾਲ ਪਹਿਲੇ ਦੀ ਗੱਲ, ਉਹਨਾਂ ਨੂੰ ਮੈਂ ਜਿੱਤਿਆ। ਅੱਛਾ, ਹਾਂ, ਜਿਨ੍ਹਾਂ 'ਚ ਕੋਈ ਬੜਾ ਕੋਈ ਕਾਂਟੇਦਾਰ ਮੁਕਾਬਲਾ ਜਿਹੜਾ ਤੁਹਾਨੂੰ ਕਾਂਟੇਦਾਰ ਮੁਕਾਬਲਾ ਸਭ ਤੋਂ ਅੱਛਾ ਚੌਧਰੀ ਸਖੀ ਸਾਹਿਬ ਨਾਲ ਹੋਇਆ। ਯਾਦ- ਅੱਛਾ, ਹਾਂ, ਅੱਛਾ, ਅਖੀਰ ਮੈਂ ਵਿਨਰ ਰਿਹਾ। ਅੱਛਾ, ਮਾਸ਼ਾਅੱਲਾ, ਹਾਂਜੀ, ਅੱਲਾ ਨੇ ਇੱਜ਼ਤ ਹਾਂ, ਦਿੱਤੀ। ਬੜਾ ਜ਼ਬਰਦਸਤ ਮੁਕਾਬਲਾ ਸੀ ਲਾਹੌਰ ਦਾ ਉਸ ਟਾਈਮ ਦੇ ਉੱਤੇ। ਅੱਛਾ, ਹਾਂ, ਉਧਰ ਮਿਸਰੀ ਦੀਨ ਸਾਹਿਬ ਸਨ। ਕਹਿੰਦੇ ਜੀ ਮੇਲਾ ਲੱਗਿਆ ਹੁੰਦਾ ਸੀ। ਬਹੁਤ ਵੱਡਾ ਜੀ, ਬਹੁਤ ਵੱਡਾ ਜੀ, ਮਾਸ਼ਾਅੱਲਾ। ਉੱਥੇ ਦਿਗਾਂ ਪੱਕਦੀਆਂ ਸਨ, ਅੱਛਾ, 2-3 ਦਿਗਾਂ ਮੇਰੀਆਂ ਬਾਜ਼ੀ ਤੇ ਪੱਕਦੀਆਂ ਯਾਨੀ ਸਨ। ਹਰ ਬਾਜ਼ੀ। ਹਾਂ, ਹਰ ਬਾਜ਼ੀ। ਬੜੀ ਦੁਨੀਆ ਦਾ ਮਤਲਬ ਦੇਖਣ ਲਈ ਆਉਂਦੀ। ਬਹੁਤ ਜ਼ਿਆਦਾ ਜੀ, ਬੜੀ ਦੁਨੀਆ। ਔਰ ਕਿਸੇ ਬੰਦੇ ਆਏ ਨੂੰ ਖਾਣੇ ਤੋਂ ਬਗੈਰ ਅਸੀਂ ਜਾਣ ਨਹੀਂ ਸਨ ਦਿੰਦੇ। ਅੱਛਾ, ਹਾਂਜੀ, ਮਾਸ਼ਾਅੱਲਾ, ਮਾਸ਼ਾਅੱਲਾ, ਮਹਿਮਾਨ ਨਵਾਜ਼ੀ ਵੀ ਔਰ ਮੁਹੱਬਤ ਵੀ ਤੁਹਾਡੀ। ਤੇ ਅੱਛਾ, ਕੋਈ ਐਸਾ ਕਬੂਤਰ ਜਿਹੜੇ ਤੁਹਾਡੇ ਕੋਈ ਬਹੁਤ ਪ੍ਰਵਾਹ ਕੀਤੀ ਹੋਈ, ਕੋਈ ਯਾਦ ਆਉਂਦਾ, ਤੁਹਾਨੂੰ ਯਾਦ ਆਉਂਦਾ ਹੋਵੇ? ਤੁਹਾਨੂੰ ਜਿਹੜੇ ਦੱਸੇ ਨਾ 2-3-4 ਜਾਨਵਰ, ਇਹਨਾਂ ਦੀਆਂ ਔਲਾਦਾਂ ਹੀ ਉੱਡੀਆਂ ਨੇ, ਬਹੁਤ ਉੱਡੀਆਂ। ਠੀਕ। ਤੇ ਅੱਛਾ, ਅਸਲ 'ਚ ਗੱਲ ਇਹ ਹੈ ਕਿ ਕੁਝ ਬੇਟਾ ਹੋਰ ਕਬੂਤਰ ਵੀ ਕੱਢੋ, ਨਹੀਂ ਦੇ ਥੋੜੀ ਜਿਹੀ ਹੋਰ ਕਬੂਤਰ ਵੀ ਦਿਖਾਈਏ। ਇਹਨਾਂ ਡੱਕ ਦਾ ਪੁੱਤਰ। ਹਾਂ, ਤੇ ਉਹ ਮੈਂ ਗੱਲ ਇਹ ਕਰ ਰਿਹਾ ਸੀਗਾ, ਅੱਜ 'ਚ ਔਰ ਕੱਲ੍ਹ 'ਚ ਕੀ ਫਰਕ ਦੇਖਦੇ ਹੋ? ਆਪਣੇ ਦੌਰ 'ਚ ਔਰ ਅੱਜ ਦੇ ਦੌਰ 'ਚ ਕੀ ਫਰਕ ਦੇਖਦੇ ਹੋ? ਦੇਖੋ, ਸਾਡੇ ਉਸ ਦੌਰ ਦੇ ਵਿੱਚ ਜੂਆ ਨਹੀਂ ਸੀਗਾ, ਸ਼ੌਕ ਸੀ, ਸ਼ੌਕ ਸੀ। ਆਪਣੇ ਕਬੂਤਰਾਂ ਦਾ ਫਨ ਦਿਖਾਉਣ ਦਾ ਸ਼ੌਕ ਸੀ, ਉਸਤਾਦੀਆਂ ਦਿਖਾਉਣ ਦਾ ਸ਼ੌਕ ਬਸ ਇਹ ਸ਼ੌਕ ਸੀ। ਤੇ ਹੁਣ ਹੁਣ ਤੇ ਜਿਹੜਾ ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਤੋਬਾ ਕਰ ਲੀਜੀਏ ਜੀ। ਜਿਹੜੀ ਪੈਸਿਆਂ ਦਾ ਦੌਰ ਤੋਂ ਪੈਸਿਆਂ ਦਾ ਦੌਰ। ਸਾਡੇ ਉਹ ਜਿਹੜੀਆਂ ਇਕੱਠ ਹੁੰਦੇ ਸਨ ਨਾ ਜੀ, ਸਾਲਾਨਾ ਜਿਹੜੀਆਂ ਬਾਜ਼ੀਆਂ ਲੱਗਦੀਆਂ ਸਨ, ਉਸ ਟਾਈਮ ਦੇ ਉੱਤੇ ਸ਼ੁਰੂਆਤ ਸੀ ਸਾਡਾ ਵੀ ਉਸ ਗੇਮ ਦੇ ਵਿੱਚ। ਤੇ ਜਿਹੜੇ ਸਾਡੇ ਸੀਨੀਅਰ ਉਸਤਾਦ ਸਨ ਉਸ ਟਾਈਮ ਦੇ ਉੱਤੇ, ਸਾਡੀ ਪਾਰਟੀ ਦੇ ਉਸ ਵੇਲੇ ਲੀਡਰ ਸਨ ਹਕੀਮ ਸ਼ਹਿਜ਼ਾਦਾ ਆਲਮ, ਹਾਂਜੀ, ਦੁਨੀਆ ਤੋਂ ਕੂਚ ਕਰ ਚੁੱਕੇ ਨੇ। ਹਾਂਜੀ, ਤੇ ਇੰਨਾ ਕੁ ਡਿਸਪਲਿਨ ਹੁੰਦਾ ਸੀ ਕਿ ਤੁਸੀਂ ਡਾਇਰੈਕਟ ਕਿਸੇ ਨੂੰ ਆਵਾਜ਼ ਨਹੀਂ ਸੀ ਦੇ ਸਕਦੇ। ਅੱਛਾ, ਹਾਂਜੀ, ਬਿਲਕੁਲ, ਤੁਸੀਂ ਕਿਸੇ ਨੂੰ ਆਵਾਜ਼ ਨਹੀਂ ਸੋ ਦੇ ਸਕਦੇ ਕਿ ਮੈਂ ਤੇਰੇ ਨਾਲ ਸ਼ੌਕ ਕਰਨਾ। ਅੱਛਾ, ਸਟੈਪ ਵਾਈਜ਼ ਸਾਹਮਣੇ ਆਮਣੇ ਦੋਵੇਂ ਪਾਰਟੀਆਂ ਬੈਠ ਜਾਂਦੀਆਂ ਸਨ। ਅੱਛਾ, ਪਾਰਟੀ ਲੀਡਰ ਨੇ ਆਵਾਜ਼ ਦੇਣੀ ਹੈ ਕਿ ਜੀ ਇਹ ਸਾਡੇ ਉਸਤਾਦ ਦਾ ਜੋੜ ਦਿਓ, ਅਸੀਂ ਜਿਹੜੇ ਮਰਜ਼ੀ ਉਸਤਾਦ ਆ ਉਹਨਾਂ ਨਾਲ ਜੋੜ ਕਰ ਦਿਓ। ਜੋੜ ਕਰਦੇ। ਅੱਛਾ, ਉਹ ਨਹੀਂ ਕਹਿ ਸਕਦਾ ਮੈਂ ਤੇਰੇ ਨਾਲ ਨਹੀਂ ਕਰਨਾ। ਅੱਛਾ, ਹਾਂਜੀ, ਇਹ ਵੀ ਨਹੀਂ ਕਹਿ ਇਹ ਵੀ ਸਕਦਾ। ਨਹੀਂ ਕਹਿ ਸਕਦਾ। ਤੇ ਫਿਰ ਅਸੀਂ ਜੇ ਅਗਰ ਆਪਣਾ ਉਸਤਾਦ ਕੋਈ ਪੇਸ਼ ਕਰਨਾ ਜੀ ਸਾਡੇ ਫਲਾਣੇ ਉਸਤਾਦ ਦਾ ਜੋੜ ਦਿਓ, ਅੱਛਾ, ਤੇ ਉਹ ਜਿਹੜਾ ਮਰਜ਼ੀ ਦੇਣ, ਕੋਈ ਐ ਨਹੀਂ ਸੀ ਕਹਿ ਸਕਦਾ ਇਹਦੇ ਨਾਲ ਨਹੀਂ ਲਾਣਾ। ਅੱਛਾ, ਹਾਂਜੀ, ਤੇ ਅੱਜ ਕੱਲ ਤੇ ਇੱਕ ਦੂਜੇ ਨੂੰ ਡਾਇਰੈਕਟ ਅੱਜ ਕੱਲ ਤੇ ਸ਼ਾਗਿਰਦ ਨਹੀਂ, ਜਿਹੜੇ ਜਿਨ੍ਹਾਂ ਨੂੰ ਉਸਤਾਦੀ ਦਾ ਵੀ ਨਹੀਂ ਪਤਾ, ਉਹ ਨਹੀਂ ਮਾਫ ਕਰਦੇ ਤੇ ਬਾਕੀ ਕੀ ਰਹਿ ਗਏ। ਅੱਛਾ, ਯਾਨੀ ਉਹ ਕੋਈ ਇੱਜ਼ਤ ਹੈ, ਯਾਨੀ ਉਸ ਇਤਰਾਮ ਖਤਮ ਹੋ ਗਿਆ। ਤੇ ਯਾਨੀ ਉਸ ਵਕਤ ਤੇ ਆਵਾਜ਼ ਉੱਚੀ ਵੀ ਕਰ। ਈਵਨ ਅਸੀਂ ਉਸਤਾਦ ਹੋਣ ਦੇ ਬਾਵਜੂਦ ਅਸੀਂ ਬੋਲ ਨਹੀਂ ਸੀ ਸਕਦੇ, ਸਾਡਾ ਪਾਰਟੀ ਲੀਡਰ ਨੇ ਗੱਲ ਕਰਨੀ। ਅੱਛਾ, ਐਨਾ ਡਿਸਪਲਿਨ ਕੰਮ ਸੀ। ਅੱਜ ਹੁਣ ਤੇ ਹਰ ਕੋਈ ਚੌਧਰੀ, ਦੇਖੋ ਜੀ, ਮੈਂ ਤਾਂ ਤੁਹਾਨੂੰ ਆਵਾਜ਼ ਦਿੱਤੀ ਕਿ ਹੁਣ ਔਰ ਇੱਕ ਜੋ ਫੈਸਲਾ ਹੋ ਜਾਂਦਾ ਤਾਂ ਪੂਰੇ ਲਾਹੌਰ ਤੇ ਨਾਫਤ ਹੋ ਜਾਂਦਾ। ਨਾਫਤ ਹੋ ਜਾਂਦਾ। ਹੁਣ ਬਦਤਮੀਜ਼ੀ ਜ਼ਿਆਦਾ, ਅੱਛਾ, ਵੱਡੇ ਛੋਟੇ ਦੀ ਇੱਜ਼ਤ ਕੋਈ ਨਹੀਂ ਹੈਗੀ, ਔਰ ਬੜਾ ਕਿਸੇ ਨੂੰ ਸਮਝਿਆ ਹੀ ਨਹੀਂ ਜਾਂਦਾ। ਨਹੀਂ ਜਾਣਦਾ ਸਮਝਿਆ। ਇਸ ਵਜ੍ਹਾ ਤੋਂ ਹੀ ਮਸਾਇਲ ਪੈਦਾ ਹੋ ਗਏ। ਬਿਲਕੁਲ ਬਿਲਕੁਲ ਆਏ ਦਿਨ ਜਿਹੜੀਆਂ ਗੱਲਾਂ ਬਾਤਾਂ ਔਰ ਬਿਲਕੁਲ, ਚੀਜ਼ਾਂ ਬਿਲਕੁਲ, ਦੇਖਣ ਚ ਨਜ਼ਰ ਆਉਂਦੀਆਂ ਨੇ। ਤੇ ਸਾਡੇ ਟਾਈਮ ਦੇ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਬੋਲ ਸਕਦਾ। ਅੱਛਾ, ਅੱਛਾ, ਤੇ ਯਾਨੀ ਇਹਦਾ ਮਤਲਬ ਅੱਜ ਵੀ ਅਗਰ ਅਸੀਂ ਖੇਲ ਔਰ ਉਸ ਟਾਈਮ ਦੇ ਉੱਤੇ ਸਾਡੇ 1.25 ਰੁਪਇਆ ਬਾਜੀ ਗਿਣੀ ਜਾਂਦੀ ਸੀ, ਸਿਰਫ 1.25 ਰੁਪਇਆ।
ਬਲਕਿ ਮੈਂ ਸੁਣਿਆ ਮਿਠਾਈ ਤੇ ਵੀ ਲੱਗਦੀ ਸੀ। ਤੁਸੀਂ ਗੱਲ ਨਹੀਂ ਸਮਝੇ। 1.25 ਰੁਪਇਆ ਬਾਜ਼ੀ ਲੱਗਦੀ ਸੀ ਲੇਕਿਨ ਲਈਦਾ ਹੀ ਦੀ ਨਹੀਂ ਸੀ। 1.25 ਰੁਪਇਆ ਕੀ ਲੈਣਾ ਕਿਸੇ ਕੋਲ, ਪੈਸਾ ਕੋਈ ਨਹੀਂ ਸੀ ਲਈਦਾ। ਹਾਂ ਉਹ 100 ਰੁਪਏ ਕੀ ਲੈ ਕੇ ਗੱਲ ਸਮਝਿਓ ਕਿ ਨਹੀਂ ਸਮਝਿਓ। ਉਹ ਤੇ ਇੱਕ ਕਿਸਮ ਦਾ ਰੱਖਿਆ ਗਿਆ ਸੀ ਕਿ ਵੀ 1.25 ਰੁਪਇਆ ਬਾਜ਼ੀ। ਯਾਨੀ ਮਿਠਾਈਆਂ ਤੇ ਸ਼ੌਕ ਹੋਣਾ। ਹਾਂ ਤੇ ਇਹ ਮੈਂ ਤੁਹਾਨੂੰ ਦੱਸ ਰਿਹਾ 63 64 65 ਦੀਆਂ ਗੱਲਾਂ। ਬੜੀਆਂ ਗੱਲ ਹੈ, ਬੜੀ ਗੱਲ ਹੈ। ਔਰ ਯਾਨੀ ਆਪਣੇ ਸਾਹਮਣੇ ਬਹਿ ਕੇ ਬਾਜ਼ੀਆਂ ਲੱਗਣੀ, ਕੋਈ ਕਿਸੇ ਨੂੰ ਆਵਾਜ਼ ਨਹੀਂ ਦੇ ਨਾ ਜੀ ਨਾ। ਔਰ ਫਿਰ ਜਿਹਦੇ ਨਾਲ ਤੈਅ ਹੋ ਜਾਣਾ ਉਹਦੇ ਤੋਂ ਇਨਕਾਰ ਨਹੀਂ ਹੋਣਾ। ਬਿਲਕੁਲ। ਔਰ ਉਹਨਾਂ ਅਸੂਲਾਂ ਔਰ ਜ਼ਾਬਤਿਆਂ ਤੇ ਜਿਹੜਾ ਫੈਸਲਾ ਹੋ ਜਾਣਾ। ਜਿਹੜੇ ਸਾਡੇ ਕਾਨੂੰਨ ਬਣੇ ਹੁੰਦੇ ਸਨ ਉਹ ਕਾਨੂੰਨ ਲਿਖੇ ਜਾਂਦੇ ਸਨ, ਜਿਵੇਂ ਹੁਣ ਵੀ ਅਸੀਂ ਲਿਖ ਲੈਂਦੇ ਹਾਂ ਬਾਤ ਬਾਤ, ਲੇਕਿਨ ਉਹ ਉਹਨਾਂ ਕਾਨੂੰਨਾਂ ਤੇ ਅਸੀਂ ਚੱਲਦੇ। ਔਰ ਸਾਰੇ ਸਾਰੇ ਅਮਲ ਕਰਦੇ ਸਨ ਜੀ ਪੂਰੀ ਤਰ੍ਹਾਂ। ਜਿਹੜਾ ਨਹੀਂ ਸੀ ਕਰਦਾ ਅਗਲੇ ਸਾਲ ਉਹਨਾਂ ਕੋਈ ਬਾਜ਼ੀ ਨਹੀਂ ਸੀ ਲਾਂਦਾ। ਤੇ ਯਾਨੀ ਔਰ ਅੱਜ ਇਸੇ ਚੀਜ਼ ਦੀ ਕਮੀ ਨੇ ਸ਼ੌਕ ਚ ਮਸਾਇਲ ਪੈਦਾ ਕੀਤੇ ਹੋਏ ਨੇ। ਬਾतें ਬਹੁਤ ਗਿਆ ਪਰ ਹੁਣ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ। ਉਮਰ ਦਾ ਬਰੀਡ ਦਾ ਵੀ ਦਿਖਾਓ ਜਰਾ ये कौन सी आई साहब? ਭਜਨ ਸਾਡੇ ਮਾਮਦੀਨ ਕਾਂਤਾਂ ਵਾਲੇ ਤੇ ਡੱਬ ਵਾਲੇ। मैक्स नहीं। ਹਾਂਜੀ ਇਹ ਤਿੰਨੋਂ ਯਾਰ ਕੋਈ ਗੱਲ ਹੈ ਵੈਸਾ ਕਰਨ ਵਾਲੀ। ਤੁਸੀਂ ਅੱਖੀ ਦੇ ਉੱਥੇ ਖੰਗੜਾ ਲਾ ਚਲੇ ਗਏ ਰਾਤ ਉੱਤੇ ਜਾ ਕੇ ਬਹਿ ਜਾਣਾ। ਅਗਲੇ ਨੂੰ ਬੁਲਾ ਕੇ ਤੁਸੀਂ ਖਰਾਬ ਕਰਦੇ ਪਏ ਯਾਰ। ਚਲ ਕੋਈ ਗੱਲ ਨਹੀਂ। ਅੱਜ ਮੇਰਾ ਹਾਲ ਮੈਂ ਸਾਲ 2 ਸਾਲ ਮੈਂ ਦੀ ਸ਼ਕਲ ਨਹੀਂ ਰੋਜ਼ਾਨਾ ਬੋਲ ਦੇ ਮੇਰੇ 5 ਮਿੰਟ ਦੀ ਰਾਤ ਤੇਰੀ ਲਿਹਾਜ਼ ਜੇ। और मेहमान भी आ गए हैं, थोड़ी देर में तारुफ करवाते हैं उनका भी, जब तक भी लगाते हैं। ठीक है।